अस्सलाम वालेकुम मोअज़्ज़िज़ नाज़रीन गिरामी। आज की इस इंटरेस्टिंग वीडियो में बाबा गुरु नानक को छोड़ के आने वाली ये खातून जिसके दिल में ये था कि मैं रब से मांगती हूँ तो गुरु नानक या गुरु ग्रंथ के सामने खड़े होके क्यों मांगती हूँ। रब तो एक है और वो हर जगह मौजूद है और उससे हर जगह इस तरह के उठने वाले सवालात ने रिसर्च पे लगाया इनको। वो गई सिखिज़म पे, वो गई इस्लाम पे, वो गई ईसाइयों पे, पता नहीं कहाँ कहाँ उसने सर्च की, फिर कुरान, फिर आखिर में फैसला ये तय पाया मैं अल्लाह से मांगती हूँ। इस अजीब ज़बरदस्त स्टोरी है इस बुढ़िया की। आइए सुनते हैं। वीडियो को लाइक करें, चैनल को सब्सक्राइब करें, वीडियो को व्हाट्सएप पे जरूर शेयर करें, कमेंट करके बताइएगा वीडियो कैसी लगी। सिखिज़म की बड़ी सीक्रेट बातें इन्होंने बयान की हैं, आइए देखते हैं। मैं बचपन तो सिखिज़म ਦੀ ਪੂਰੀ ਤਰ੍ਹਾਂ ਪ੍ਰੈਕਟਿਸ ਕਰਦੀ ਸੀ, ਮੇਰੀ ਫੈਮਿਲੀ ਦੀ ਤਰ੍ਹਾਂ। ਮੇਰੀ ਫੈਮਿਲੀ ਇਲਾਕੇ ਵਿੱਚ ਬੜੀ ਰਿਸਪੈਕਟਡ ਤੇ ਵੈਲ ਨੋਨ ਹੈ ਅਤੇ ਮੇਰੀ ਫੈਮਿਲੀ ਓਪਨ ਮਾਈਂਡਡ ਵੀ ਹੈ। ਮੇਰੇ ਲਈ ਰਿਲੀਜੀਅਸ ਪੁਆਇੰਟ ਤੇ ਗੱਲ ਕਰਨਾ ਆਸਾਨ ਸੀ, ਸਪੈਸ਼ਲੀ ਮੇਰੇ ਫਾਦਰ ਸਾਹਿਬ ਨਾਲ, ਮੇਰੇ ਬਾਪੂ ਜੀ ਨਾਲ। ਪਰ ਉਹਨਾਂ ਕੋਲ ਵੀ ਸਿੱਖੀਜ਼ਮ ਦੀ ਕੋਈ ਡੀਪ ਅੰਡਰਸਟੈਂਡਿੰਗ ਨਹੀਂ ਸੀ। ਜਦੋਂ ਮੈਂ ਉਹਨਾਂ ਕੋਲੋਂ ਪੁੱਛਦੀ ਕਿ ਸਵਰਗ ਨਰਕ ਦਾ ਕਨਸੈਪਟ ਕੀ ਹੈ ਅਤੇ 84 ਲੱਖ ਜੂਨਾਂ ਦੀ ਕੀ ਡਿਟੇਲ ਹੈ। ਨੰਬਰ 1, ਇਹ ਕਿਸਨੇ ਦੱਸਿਆ ਹੈ? ਕੀ ਇਹ ਰੱਬ ਦਾ ਹੁਕਮ ਹੈ? ਅਗਰ ਇਹ ਰੱਬ ਦਾ ਹੁਕਮ ਹੈ, ਫਿਰ ਪਹਿਲੀਆਂ ਸਾਰੀਆਂ ਰਿਲੀਜੀਅਸ ਬੁੱਕਾਂ ਵਿੱਚ ਆਦਮ ਅਲੈਹਿਸਲਾਮ ਤੋਂ ਲੈ ਕੇ ਆਖਰੀ ਪੈਗੰਬਰ ਰਸੂਲ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੱਕ ਕਿਧਰੇ ਇਹ ਟੀਚਿੰਗ ਮਿਲਦੀਆਂ ਹਨ? ਜਾਂ ਗੁਰੂ ਗ੍ਰੰਥ ਸਾਹਿਬ ਦਾ ਪਿਛਲੀਆਂ ਕਿਤਾਬਾਂ ਵਿੱਚ ਕੋਈ ਲਿੰਕ ਮੌਜੂਦ ਹੈ? ਨੰਬਰ 2, ਮਰਨ ਤੋਂ ਬਾਅਦ ਦੀ ਜ਼ਿੰਦਗੀ ਕੀ ਹੈ ਅਤੇ ਉਸ ਦੇ ਸਟੈਪਸ ਕਿਸ ਤਰ੍ਹਾਂ ਦੇ ਹਨ? ਮੌਤ ਤੋਂ ਲੈ ਕੇ ਸਵਰਗ ਨਰਕ ਦਾ ਕਨਸੈਪਟ ਕਿੱਥੇ ਹੈ? ਇੱਥੇ ਕੁਐਸਚਨ ਇਹ ਪੈਦਾ ਹੁੰਦਾ ਹੈ ਕਿ ਅਗਰ ਅਸੀਂ ਸਵਰਗ ਨਰਕ ਤੇ ਯਕੀਨ ਕਰਦੇ ਹਾਂ, ਫਿਰ 84 ਲੱਖ ਜੂਨ ਕੀ ਹੈ? ਇੱਕ ਦੂਸਰੇ ਦੇ ਅਗੇਂਸਟ ਹੈ। ਇਸੇ ਤਰ੍ਹਾਂ ਕੁਝ ਹੋਰ ਚੀਜ਼ਾਂ ਦੀ ਵੀ ਮੈਨੂੰ ਸਮਝ ਨਹੀਂ ਲੱਗਦੀ ਸੀ। ਇਸੇ ਦੌਰਾਨ ਮੈਂ ਅਬਰੋਡ ਆ ਗਈ। ਲਾਈਫ ਇਸੇ ਤਰ੍ਹਾਂ ਗੁਜ਼ਰ ਰਹੀ ਸੀ। ਇਸੇ ਦੌਰਾਨ ਮੈਂ ਡਿਫਰੈਂਟ ਰਿਲੀਜਨ ਦੇ ਲੋਕਾਂ ਨੂੰ ਮਿਲੀ, ਜਿਸ ਵਿੱਚ ਕ੍ਰਿਸਚੀਅਨਿਟੀ, ਜੁਡਾਇਜ਼ਮ ਤੇ ਹਿੰਦੂਇਜ਼ਮ ਦੇ ਲੋਕ ਸਨ। ਮੈਨੂੰ ਹਿੰਦੂਇਜ਼ਮ ਦੇ ਲੋਕਾਂ ਨੂੰ ਮਿਲ ਕੇ ਲੱਗਿਆ ਕਿ ਸਿੱਖੀਜ਼ਮ ਤੇ ਹਿੰਦੂਇਜ਼ਮ ਵਿੱਚ ਕੋਈ ਖਾਸ ਫਰਕ ਨਹੀਂ ਹੈ। ਮੈਂ ਕ੍ਰਿਸਚੀਅਨ ਲੋਕਾਂ ਨੂੰ ਵੀ ਮਿਲੀ, ਚਰਚਾਂ ਵਿੱਚ ਵੀ ਗਈ। ਉੱਥੇ ਵੀ ਲੋਕ ਇੱਕ ਰੱਬ ਨੂੰ ਛੱਡ ਕੇ ਜੀਸਸ ਅਲੈਹਿਸਲਾਮ ਦੀ ਵਰਸ਼ਿਪ ਕਰਦੇ ਹਨ। ਡਿਫਰੈਂਟ ਸੈਕਟ ਜੀਸਸ ਅਲੈਹਿਸਲਾਮ ਨੂੰ ਰੱਬ ਦਾ ਬੇਟਾ ਕਹਿੰਦੇ ਹਨ। ਕੋਈ ਸੈਕਟ ਉਹਨਾਂ ਨੂੰ ਰੱਬ ਹੀ ਕਹਿੰਦੇ ਹਨ। ਕੋਈ ਸੈਕਟ ਕਹਿੰਦੇ ਹਨ ਕਿ ਹੀ ਡਾਈਡ ਫਾਰ ਆਰ ਸਿਨਸ। ਇਸੇ ਦੌਰਾਨ ਮੈਂ ਇੱਕ ਅਰਬ ਫੈਮਿਲੀ ਨੂੰ ਮਿਲੀ। ਉਹਨਾਂ ਦੇ ਘਰ ਆਣਾ ਜਾਣਾ ਸੀ ਅਤੇ ਕਦੇ-ਕਦੇ ਉਹਨਾਂ ਨਾਲ ਫੈਮਿਲੀ ਫੰਕਸ਼ਨ ਤੇ ਵੀ ਚਲੇ ਜਾਂਦੇ। ਉੱਥੇ ਹੋਰ ਲੋਕਾਂ ਨਾਲ ਵੀ ਮਿਲਣਾ ਹੁੰਦਾ, ਜਿੱਥੇ ਰਿਲੀਜੀਅਸ ਟੌਪਿਕ ਤੇ ਗੱਲਬਾਤ ਵੀ ਹੁੰਦੀ ਸੀ। ਉਹਨਾਂ ਦਾ ਬੇਸ ਆਫ ਲੌਜਿਕ ਤੇ ਰੈਫਰੈਂਸ ਨਾਲ ਗੱਲ ਕਰਨਾ ਮੇਰੇ ਦਿਲ ਨੂੰ ਟੱਚ ਕਰਦਾ ਸੀ। ਮਿਸਾਲ ਦੇ ਤੌਰ ਤੇ ਜਦੋਂ ਮੈਂ ਗੁਰਦੁਆਰੇ ਜਾਂਦੀ ਸੀ, ਮੈਂ ਗੁਰੂ ਗ੍ਰੰਥ ਸਾਹਮਣੇ ਖੜੀ ਹੋ ਕੇ ਮੰਗਦੀ ਰੱਬ ਤੋਂ ਹੀ ਹੁੰਦੀ ਸੀ, ਪਰ ਸੈਟਿਸਫੈਕਸ਼ਨ ਨਹੀਂ ਸੀ ਮਿਲਦੀ। ਸਮਥਿੰਗ ਮਿਸਿੰਗ ਲੱਗਦਾ ਸੀ। ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਖੜੀ ਹੋ ਕੇ ਰੱਬ ਕੋਲੋਂ ਮੰਗਦੀ ਹਾਂ, ਫਿਰ ਗੁਰੂ ਗ੍ਰੰਥ ਸਾਹਿਬ ਅੱਗੇ ਕਿਉਂ ਖੜੀ ਹੁੰਦੀ ਆ? ਜਦੋਂ ਮੈਂ ਉਹਨਾਂ ਨਾਲ ਇਹ ਪੁਆਇੰਟ ਡਿਸਕਸ ਕੀਤਾ, ਮੈਂ ਉਹਨਾਂ ਕੋਲੋਂ ਪੁੱਛਿਆ ਕਿ ਅਸੀਂ ਕਿਸੇ ਹੋਰ ਦੇ ਥਰੂ ਹੋ ਕੇ ਰੱਬ ਕੋਲੋਂ ਮੰਗ ਸਕਦੇ ਹਾਂ? ਉਹਨਾਂ ਕਿਹਾ ਨਹੀਂ, ਤੁਸੀਂ ਸਿੱਧਾ ਰੱਬ ਕੋਲੋਂ ਹੀ ਮੰਗ ਸਕਦੇ ਹੋ। ਉਹਨਾਂ ਮੈਨੂੰ ਹੋਲੀ ਕੁਰਾਨ ਦਾ ਰੈਫਰੈਂਸ ਦਿੱਤਾ ਕਿ ਰੱਬ ਕਹਿੰਦਾ ਹੈ, ਮੈਂ ਤੁਹਾਡੀ ਸ਼ਾਹ ਰਗ ਤੋਂ ਵੀ ਤੁਹਾਡੇ ਨੇੜੇ ਹਾਂ, ਤੁਸੀਂ ਸਿੱਧਾ ਮੇਰੇ ਕੋਲੋਂ ਹੀ ਮੰਗੋ। ਯੂ ਓਨਲੀ ਆਸਕ ਫਰੋਮ ਮੀ। ਇੱਥੇ ਮੇਰੇ ਦਿਲ ਵਿੱਚ ਇਹ ਸਵਾਲ ਪੈਦਾ ਹੋਇਆ ਕਿ ਜਿਹੜਾ ਅਸੀਂ ਸਿੱਖ ਰਿਲੀਜਨ ਵਿੱਚ ਗੁਰੂ ਨਾਨਕ ਜਾਂ ਬਾਕੀ ਗੁਰੂਆਂ ਜਾਂ ਗੁਰੂ ਗ੍ਰੰਥ ਸਾਹਿਬ ਅੱਗੇ ਖੜੇ ਹੋ ਕੇ ਜਾਂ ਗੁਰੂਆਂ ਦੀਆਂ ਫੋਟੋਆਂ ਨੂੰ ਮੱਥਾ ਟੇਕਦੇ ਹਾਂ,
ਜਾਂ ਉਹਨਾਂ ਦੇ ਥਰੂ ਹੋ ਕੇ ਰੱਬ ਕੋਲੋਂ ਮੰਗਦੇ ਹਾਂ। ਕੀ ਇਹ ਸਹੀ ਹੈ? ਸਟਿਲ ਮੈਂ ਇਸੇ ਕਸ਼ਮਕਸ਼ ਵਿੱਚ ਸੀ ਅਤੇ ਸਰਪ੍ਰਾਈਜ਼ ਵੀ ਸੀ ਕਿ ਮੈਂ ਕੁਝ ਨਾ ਕੁਝ ਗਲਤ ਜ਼ਰੂਰ ਕਰ ਰਹੀ ਹਾਂ। ਇਸੇ ਕਰਕੇ ਮੈਂ ਬੇਚੈਨ ਵੀ ਸੀ। ਮੈਂ ਹੋਰ ਰਿਸਰਚ ਲੱਭ ਹੀ ਰਹੀ ਸੀ। ਇੰਨੇ ਨੂੰ ਰੱਬ ਦੀ ਕਰਨੀ ਹੋਈ, ਮੈਨੂੰ ਇੱਕ ਵੱਡੀ ਕੰਪਨੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਡਿਫਰੈਂਟ ਰਿਲੀਜਨ ਦੇ ਲੋਕ ਵੀ ਕੰਮ ਕਰਦੇ ਸਨ ਅਤੇ ਕੁਝ ਮੁਸਲਿਮ ਵੀ ਸਨ। ਮੈਂ ਹਰ ਸੋਮਵਾਰ ਨੂੰ ਸ਼ਿਵ ਜੀ ਦੇ ਵਰਤ ਰੱਖਦੀ ਸੀ। ਇੱਕ ਦਿਨ ਇੱਕ ਫੈਲੋ ਮੁਸਲਿਮ ਕੋਵਰਕਰ ਨੇ ਪੁੱਛ ਲਿਆ ਲੰਚ ਟਾਈਮ ਤੇ ਕਿ ਤੂੰ ਖਾਣਾ ਕਿਉਂ ਨਹੀਂ ਖਾ ਰਹੀ? ਮੈਂ ਕਿਹਾ ਮੈਂ ਫਾਸਟ ਵਿੱਚ ਹਾਂ। ਉਹਨਾਂ ਕਿਹਾ ਸਿੱਖੀਜ਼ਮ ਵਿੱਚ ਫਾਸਟਿੰਗ ਦੀ ਕੀ ਡਿਟੇਲ ਹੈ? ਮੈਂ ਕਿਹਾ ਸਿੱਖੀਜ਼ਮ ਵਿੱਚ ਫਾਸਟ ਜਾਂ ਵਰਤ ਨਹੀਂ ਹਨ। ਮੈਂ ਤਾਂ ਹਿੰਦੂ ਗੋਡ ਸ਼ਿਵ ਜੀ ਦੇ ਵਰਤ ਰੱਖਦੀ ਹਾਂ। ਉਹਨਾਂ ਪੁੱਛਿਆ ਕਿ ਤੂੰ ਸਿੱਖ ਹੋ ਕਿ ਹਿੰਦੂ ਗੋਡ ਸ਼ਿਵ ਜੀ ਦੇ ਵਰਤ ਰੱਖ ਰਹੀ ਹੋ? ਕਿ ਬੀਇੰਗ ਸਿੱਖ ਤੁਹਾਨੂੰ ਹਿੰਦੂਇਜ਼ਮ ਵੀ ਫਾਲੋ ਕਰਨਾ ਪੈਂਦਾ ਹੈ? ਕਿ ਸਿੱਖੀਜ਼ਮ ਐਂਡ ਹਿੰਦੂਇਜ਼ਮ ਸੇਮ ਹਨ? ਮੈਂ ਕਿਹਾ ਨਹੀਂ। ਉਹਨਾਂ ਦੱਸਿਆ ਕਿ ਇਸਲਾਮਿਕ ਟਰਮੀਨੋਲੋਜੀ ਵਿੱਚ ਇਸ ਨੂੰ ਸ਼ਿਰਕ ਕਹਿੰਦੇ ਹਨ। ਜਿਹੜਾ ਰੱਬ ਨੂੰ ਛੱਡ ਕੇ ਕਿਸੇ ਹੋਰ ਲਈ ਰੋਜ਼ੇ ਰੱਖੇ, ਜਿਸ ਦਾ ਮਤਲਬ ਰੱਬ ਨਾਲ ਇਬਾਦਤ ਵਿੱਚ ਹੋਰ ਕਿਸੇ ਦਾ ਹਿੱਸਾ ਪਾਉਣਾ ਹੈ ਅਤੇ ਉਸ ਦੀ ਸਿਫਾਤ ਨਾਲ ਵੀ ਹਿੱਸਾ ਪਾਉਣਾ ਹੈ, ਇਹ ਤਾਂ ਬਹੁਤ ਵੱਡਾ ਗੁਨਾਹ ਹੈ। ਇਸ ਦੀ ਮਾਫੀ ਨਹੀਂ ਹੈ। ਇਸ ਦੇ ਬਾਰੇ ਵਿੱਚ ਕਿਹਾ ਗਿਆ ਹੈ ਕਿ ਸ਼ਿਰਕ ਸਭ ਤੋਂ ਵੱਡਾ ਗੁਨਾਹ ਹੈ। ਰੱਬ ਹੋਲੀ ਕੁਰਾਨ ਵਿੱਚ ਸੂਰਾ ਲੁਕਮਾਨ ਵਿੱਚ ਆਇਆ 13 ਵਿੱਚ ਕਹਿ ਰਹੇ ਹਨ ਕਿ ਸ਼ਿਰਕ ਬਹੁਤ ਵੱਡਾ ਜ਼ੁਲਮ ਹੈ, ਕਿ ਮੈਂ ਤੁਹਾਡੇ ਸਾਰੇ ਗੁਨਾਹ ਮਾਫ ਕਰ ਦਿਆਂਗਾ, ਲੇਕਿਨ ਸ਼ਿਰਕ ਕਰਨ ਵਾਲੇ ਨੂੰ ਕਦੇ ਮਾਫ ਨਹੀਂ ਕਰਾਂਗਾ। ਨੋ ਫॉरगिवनेस ਫॉर ਸ਼ਿਰਕ। ਇੱਥੇ ਮੈਨੂੰ ਇੱਕ ਕਦਮ ਹੋਰ ਅੱਗੇ ਵਧਣ ਦਾ ਮੌਕਾ ਮਿਲਿਆ। ਮੈਂ ਆਪਣੇ ਕੋਵਰਕਰ ਨੂੰ ਪੁੱਛਿਆ ਕਿ ਮੈਨੂੰ ਸਿੱਧੇ ਰਸਤੇ ਤੇ ਆਉਣ ਲਈ ਕੀ ਕਰਨਾ ਪੈਣਾ ਹੈ। ਉਹਨਾਂ ਕਿਹਾ ਕਿ ਤੂੰ ਆਪਣੇ ਰਿਲੀਜਨ ਵਿੱਚ ਰੱਬ ਦੇ ਕਨਸੈਪਟ ਦੀ ਸਟੱਡੀ ਕਰ ਅਤੇ ਰੀਅਲ ਟੀਚਿੰਗ ਆਫ ਯੂਅਰ ਬੁੱਕਸ। ਮੈਂ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਮੈਂ ਤੁਹਾਡੇ ਨਾਲ ਕੁਝ ਬੇਸਿਕ ਚੀਜ਼ਾਂ ਸ਼ੇਅਰ ਕਰਨ ਜਾ ਰਹੀ ਹਾਂ ਜੋ ਮੈਂ ਸਟੱਡੀ ਕੀਤਾ। ਇੱਥੇ ਮੈਂ ਤੁਹਾਨੂੰ ਸਿੱਖੀਜ਼ਮ ਬਾਰੇ ਵੀ ਥੋੜਾ ਜਿਹਾ ਇਨਲਾਈਟ ਕਰਨਾ ਚਾਹੁੰਦੀ ਹਾਂ। ਸਿੱਖੀਜ਼ਮ ਇੱਕ ਮੋਨੋਥੀਇਸਟਿਕ ਰਿਲੀਜਨ ਹੈ। ਇੱਕ ਰੱਬ ਨੂੰ ਮੰਨਣਾ ਤੌਹੀਦ ਦਾ ਕਨਸੈਪਟ ਹੈ। ਇਸ ਦੇ ਬਾਨੀ, ਇਸ ਦੇ ਫਾਊਂਡਰ ਗੁਰੂ ਨਾਨਕ ਦੇਵ ਜੀ ਹਨ। ਸਿੱਖਈਜ਼ਮ 15ਵੀਂ ਸਦੀ ਵਿੱਚ 5 ਰਿਵਰ ਦੀ ਲੈਂਡ ਪੰਜਾਬ ਵਿੱਚ ਫਾਊਂਡ ਹੋਇਆ। ਗੁਰੂ ਨਾਨਕ ਦੇਵ ਜੀ ਸ਼ਤਰਾ ਫੈਮਿਲੀ ਵਿੱਚੋਂ ਸਨ ਅਤੇ ਉਹ ਸੂਫੀਇਜ਼ਮ ਤੋਂ ਵੀ ਇਨਫਲੂਐਂਸ ਸਨ। ਇਸੇ ਕਰਕੇ ਸਿੱਖੀਜ਼ਮ ਤੇ ਸੂਫੀਇਜ਼ਮ ਦੀ ਟੀਚਿੰਗ ਮਿਲਦੀ ਜੁਲਦੀ ਹੈ। ਸਿੱਖ ਵਰਡ ਸਿੱਸਿਆ ਤੋਂ ਬਣਿਆ ਹੈ, ਜਿਸ ਦਾ ਮਤਲਬ ਸਟੂਡੈਂਟ ਹੈ। ਸਿੱਖ ਦਾ ਮਤਲਬ ਹੈ ਕਿ ਸਿੱਖੋ, ਲਰਨ ਕਰੋ। ਸਿੱਖ ਦਾ ਮਤਲਬ ਸੀਕਰ ਆਫ ਨੌਲੇਜ, ਸੀਕਰ ਆਫ ਟਰੂਥ ਵੀ ਹੈ। ਜਿਸ ਤਰ੍ਹਾਂ ਉਰਦੂ ਵਿੱਚ ਤਾਲਿਬ ਦਾ ਮਤਲਬ ਸਟੂਡੈਂਟ ਹੈ, ਸੀਕਰ ਆਫ ਨੌਲੇਜ, ਜਿਸ ਨੂੰ ਅਫਗਾਨਿਸਤਾਨ ਵਿੱਚ ਤਾਲਿਬਾਨ ਵੀ ਕਹਿੰਦੇ ਹਨ। ਸਿੱਖੀਜ਼ਮ ਵਿੱਚ 5 ਚੀਜ਼ਾਂ ਮੇਨਟੇਨ ਰੱਖਣੀਆਂ ਹੁੰਦੀਆਂ ਹਨ: ਕੇਸ, ਕੰਘਾ, ਕੱਛਾ, ਕਿਰਪਾਨ ਤੇ ਕੜਾ। ਸਿੱਖੀਜ਼ਮ ਵਿੱਚ 10 ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਜਾਂਦਾ ਹੈ। ਸਿੱਖੀਜ਼ਮ ਵਿੱਚ ਮੂਰਤੀ ਪੂਜਾ ਕਰਨਾ ਮਨਾ ਹੈ। ਇੱਕ ਰੱਬ ਨੂੰ ਮੰਨਣਾ ਤੌਹੀਦ ਦਾ ਕਨਸੈਪਟ ਹੈ। ਸਿੱਖੀਜ਼ਮ ਵਿੱਚ ਕੁਝ ਚੀਜ਼ਾਂ ਹਿੰਦੂਇਜ਼ਮ ਤੇ ਇਸਲਾਮ ਤੋਂ ਲਈਆਂ ਗਈਆਂ ਹਨ, ਜਿਵੇਂ ਕਿ ਕੁਰਾਨ ਵਿੱਚ ਸੂਰਾ ਇਖਲਾਸ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਮਤਲਬ ਸੇਮ ਹੈ। ਫਾਰ ਐਗਜ਼ਾਮਪਲ, ਪਹਿਲੀ ਪੌੜੀ ਜਪਜੀ ਸਾਹਿਬ ਵਿੱਚ ਇਸ ਤਰ੍ਹਾਂ ਹੈ: ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ: ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ। ਜਿਸ ਦੀ ਵਿਆਖਿਆ
ਤਰਜਮਾ ਇਹ ਹੈ, ਵਾਹਿਗੁਰੂ ਇੱਕ ਹੈ, ਜਿਸ ਤੋਂ ਸਾਰਾ ਸੰਸਾਰ ਹੈ, ਜੋ ਸਭ ਦਾ ਪ੍ਰਕਾਸ਼ਕ ਹੈ, ਅਤੇ ਵਾਹਿਗੁਰੂ ਦਾ ਨਾਮ ਤਿੰਨਾਂ ਕਾਲਾਂ ਵਿੱਚ ਸੱਚ ਹੈ, ਪਾਸਟ, ਪ੍ਰੈਜ਼ੈਂਟ ਤੇ ਫਿਊਚਰ। ਉਹ ਭੈ ਤੋਂ ਰਹਿਤ ਤੇ ਬੈਰ ਤੋਂ ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਰੱਬ ਦਾ ਸਰੂਪ ਨਾਸ਼ ਰਹਿਤ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ। ਸਤਿਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੁਆਰਾ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਰੱਬ ਤੋਂ ਬਿਨਾਂ ਕਿਸੇ ਹੋਰ ਅੱਗੇ ਨਾ ਝੁਕਣ ਦੀਆਂ ਸਨ। ਉਹਨਾਂ ਦੇ ਸ਼ਲੋਕਾਂ ਤੋਂ ਵੀ ਪਤਾ ਲੱਗਦਾ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਹੀ ਸਿੱਖ ਰਿਲੀਜਨ ਦੀ ਬੁਨਿਆਦ ਹੈ। ਮੈਨੂੰ ਸਟੱਡੀ ਕਰਕੇ ਜਿੱਥੇ ਕੰਟਰਾਡਿਕਸ਼ਨਸ ਲੱਗੀਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਜਾਂ ਬਾਕੀ ਗੁਰੂਆਂ ਜਾਂ ਉਹਨਾਂ ਦੀਆਂ ਤਸਵੀਰਾਂ ਜਾਂ ਉਹਨਾਂ ਦੀਆਂ ਮੂਰਤੀਆਂ ਅੱਗੇ ਝੁਕੋ ਜਾਂ ਮੱਥਾ ਟੇਕੋ। ਜਿੰਨਾ ਵੀ ਮੈਂ ਸਿੱਖੀਜ਼ਮ ਵਿੱਚ ਸਟੱਡੀ ਕੀਤਾ, ਉਹ ਤਾਂ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਦੀ ਟੀਚਿੰਗ ਦੇ ਖਿਲਾਫ ਸੀ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਹਮੇਸ਼ਾ ਇੱਕ ਰੱਬ ਅੱਗੇ ਹੀ ਝੁਕਣ ਬਾਰੇ ਦੱਸਿਆ ਸੀ। ਮੈਂ ਇਹ ਵੀ ਸਟੋਰੀ ਸੁਣੀ ਸੀ ਕਿ ਗੁਰੂ ਨਾਨਕ ਦੇਵ ਜੀ ਮੱਕਾ ਸ਼ਹਿਰ ਗਏ ਸਨ, ਜਿੱਥੇ ਖਾਨਾ ਕਾਬਾ ਹੈ। ਜਦੋਂ ਮੈਂ ਰਿਸਰਚ ਕੀਤਾ, ਪਤਾ ਲੱਗਿਆ ਕਿ ਗੈਰ ਮੁਸਲਿਮ ਖਾਨਾ ਕਾਬਾ ਜਾ ਹੀ ਨਹੀਂ ਸਕਦੇ। ਮੈਂ ਇੱਕ ਦੋ ਵਾਰ ਮੱਕੇ ਜਾ ਕੇ ਵੀ ਦੇਖਿਆ। ਜੋ ਸੜਕਾਂ ਖਾਨਾ ਕਾਬਾ ਵੱਲ ਜਾਂਦੀਆਂ ਹਨ, ਉਹਨਾਂ ਤੇ 2-3 ਮੀਲ ਪਹਿਲਾਂ ਹੀ ਲਿਖਿਆ ਹੋਇਆ ਹੈ ਕਿ ਗੈਰ ਮੁਸਲਿਮ ਇਸ ਏਰੀਏ ਵਿੱਚ ਅਲਾਉ ਨਹੀਂ ਹਨ। ਪੋਸੀਬਲ ਹੈ ਕਿ ਗੁਰੂ ਨਾਨਕ ਦੇਵ ਜੀ ਸੂਫੀਇਜ਼ਮ ਤੋਂ ਤਾਂ ਇਨਸਪਾਇਰ ਸੀ ਹੀ, ਜਿਵੇਂ ਕਿ ਸ਼ੇਖ ਫਰੀਦ, ਬਾਬਾ ਬੁੱਲੇ ਸ਼ਾਹ। ਇੱਕ ਹੋਰ ਗੱਲ ਮੇਰੀ ਸਮਝ ਨਹੀਂ ਸੀ ਆ ਰਹੀ ਕਿ ਸਿੱਖੀਜ਼ਮ ਵਿੱਚ ਸਵਰਗ ਨਰਕ ਫਰਿਸ਼ਤਿਆਂ ਦਾ ਕਨਸੈਪਟ ਤਾਂ ਹੈ, ਪਰ ਰੈਫਰੈਂਸ ਨਹੀਂ ਹੈ। ਜਿਵੇਂ ਕਿ ਪ੍ਰੋਫਟ ਆਦਮ ਅਲੈਹਿਸਲਾਮ ਤੋਂ ਲੈ ਕੇ ਜਿੰਨੇ ਵੀ ਪ੍ਰੋਫਿਟਸ ਆਏ, ਪ੍ਰੋਫਟ ਮੁਹੰਮਦ ਪੀਸ ਬੀ ਅਪਨ them ਆਲ, ਉਹਨਾਂ ਸਾਰਿਆਂ ਪ੍ਰੋਫਿਟਸ ਦਾ ਰੈਫਰੈਂਸ ਪਹਿਲੀਆਂ ਸਾਰੀਆਂ ਕਿਤਾਬਾਂ ਵਿੱਚ ਮੌਜੂਦ ਹੈ, ਪਰ ਸਿੱਖੀਜ਼ਮ ਬਾਰੇ ਨਹੀਂ ਹੈ। ਮੈਂ ਇਹ ਸਿੱਖੀਜ਼ਮ ਦੀਆਂ ਅਥਾਰਟੀਜ਼ ਨੂੰ ਵੀ ਪੁੱਛਿਆ, ਮੈਨੂੰ ਉਹਨਾਂ ਕੋਲੋਂ ਕੋਈ ਲੌਜਿਕ ਜਵਾਬ ਨਹੀਂ ਮਿਲਿਆ। ਇਸੇ ਦੌਰਾਨ ਜਦੋਂ ਮੈਂ ਮੁਸਲਿਮ ਲੋਕਾਂ ਕੋਲੋਂ ਕੋਈ ਗੱਲ ਜਾਂ ਕੋਈ ਸਵਾਲ ਪੁੱਛਦੀ, ਉਹਨਾਂ ਕੋਲੋਂ ਮੈਨੂੰ ਰੈਫਰੈਂਸ ਨਾਲ ਜਵਾਬ ਮਿਲਦੇ ਰਹੇ। ਫਿਰ ਮੇਰੇ ਕੋਵਰਕਰ ਨੇ ਮੈਨੂੰ ਐਡਵਾਈਜ਼ ਕੀਤਾ ਕਿ ਤੂੰ ਰੱਬ ਕੋਲੋਂ ਹਦਾਇਤ ਮੰਗ, ਤੂੰ ਸਜਦੇ ਵਿੱਚ ਜਾ ਕੇ ਰੱਬ ਅੱਗੇ ਦੁਆ ਕਰ ਕਿ ਤੂੰ ਮੈਨੂੰ ਆਪਣਾ ਸਿੱਧਾ ਰਸਤਾ ਦਿਖਾ ਦੇ ਜੋ ਸਵਰਗ ਵੱਲ ਜਾਂਦਾ ਹੈ। ਉਹਨਾਂ ਕਿਹਾ ਕਿ ਤੂੰ ਯੂਸਫ ਇਸਟਸ ਦੀ ਸਟੋਰੀ ਸੁਣ, ਜਿਹੜੇ ਕਿ ਕ੍ਰਿਸਚੀਅਨ ਸਕਾਲਰ ਤੇ ਮਿਸ਼ਨਰੀ, ਪ੍ਰੀਚਰ ਅਤੇ ਬਿਜ਼ਨਸਮੈਨ ਸਨ। ਕਿਵੇਂ ਉਹ ਸੱਚ ਨੂੰ ਝੁਠਲਾ ਨਹੀਂ ਸਕੇ। ਉਹਨਾਂ ਦੀ ਸਟੋਰੀ ਨੇ ਵੀ ਮੇਰੀ ਬੜੀ ਹੈਲਪ ਕੀਤੀ। ਫਿਰ ਮੈਂ ਲੋਰੈਂਸ ਬਰਾਊਨ ਨੂੰ ਸੁਣਿਆ ਅਤੇ ਡਾਕਟਰ ਬਿਲਾਲ ਫਿਲਿਪ, ਜਿਨ੍ਹਾਂ ਨੇ ਇਸਲਾਮਿਕ ਆਨਲਾਈਨ ਯੂਨੀਵਰਸਿਟੀ ਬਣਾਈ ਹੈ, ਇਸਲਾਮ ਵਿੱਚ ਆਉਣ ਤੋਂ ਬਾਅਦ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਯੂਨੀਵਰਸਿਟੀ ਹੈ। ਅਤੇ ਮੈਂ ਅੱਬੂ ਗ੍ਰੀਨ ਦੀ ਵੀ ਸਟੋਰੀ ਸੁਣੀ ਅਤੇ ਡਾਕਟਰ ਜ਼ਾਕਿਰ ਨਾਇਕ ਅਤੇ ਇਹਨਾਂ ਸਾਰਿਆਂ ਦੇ ਲੈਕਚਰ ਵੀ ਸੁਣਦੀ ਰਹੀ। ਨਾਲ ਮੈਂ ਕੁਰਾਨ ਅਤੇ ਗੁਰੂ ਨਾਨਕ ਦੀਆਂ ਟੀਚਿੰਗ ਵੀ, ਉਹਨਾਂ ਵਿੱਚੋਂ ਵੀ ਰੈਫਰੈਂਸ ਦੇਖਦੀ ਸੀ। ਫਿਰ ਮੈਂ ਕਨਵਰਟਡ ਮੁਸਲਮਾਨਾਂ ਨੂੰ ਵੀ ਮਿਲਣਾ ਸ਼ੁਰੂ ਕੀਤਾ, ਜਿਨ੍ਹਾਂ ਵਿੱਚ ਕ੍ਰਿਸਚੀਅਨ, ਹਿੰਦੂ ਤੇ ਸਿੱਖ ਵੀ ਸਨ। ਸਿੱਖ ਆਮ ਤੌਰ ਤੇ ਹਾਈਡ ਹੀ ਰੱਖਣਾ ਪਸੰਦ ਕਰਦੇ ਹਨ। ਉਹਨਾਂ ਦੀਆਂ ਸਟੋਰੀਆਂ ਤੇ ਸਟਰਗਲ ਨੇ ਮੈਨੂੰ ਬਹੁਤ ਇਨਸਪਾਇਰ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਰੀਅਲ ਟੀਚਿੰਗਸ ਨੇ ਵੀ, ਜੋ ਮੈਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਡਿਟੇਲ ਨਾਲ ਐਕਸਪਲੇਨ ਕਰਾਂਗੀ, ਕਿਉਂਕਿ ਮੈਂ ਆਪਣੇ ਟੌਪਿਕ ਤੋਂ ਹਟਣਾ ਨਹੀਂ ਚਾਹੁੰਦੀ। ਗੁਰੂ ਨਾਨਕ ਦੀਆਂ ਟੀਚਿੰਗਸ ਇੱਕ ਰੱਬ ਨੂੰ ਮੰਨਣਾ,
ਅਤੇ ਪ੍ਰੋਫਟ ਮੁਹੰਮਦ ਸੱਲੱਲਾਹੂ ਅਲੈਹਿ ਵਸੱਲਮ ਨੂੰ ਐਜ਼ ਏ ਲਾਸਟ ਤੇ ਫਾਈਨਲ ਪ੍ਰੋਫਿਟ ਮੰਨਣ ਦੀਆਂ ਹਨ। ਜਦੋਂ ਮੈਂ ਇਹ ਸਾਰਾ ਰਿਸਰਚ ਕੀਤਾ, ਮੇਰੇ ਕੋਲ ਕੋਈ ਚੁਆਇਸ ਨਹੀਂ ਬਚੀ ਇਹ ਕਹਿਣ ਤੋਂ ਸਿਵਾ ਅਸ਼ਹਦੂ ਅੱਲਾ ਇਲਾਹਾ ਇਲੱਲਾਹੁ व अशहदु अन्ना मुहम्मदन अब्दुहु व रसूलुहु। मैं गवाही दिंदी हाँ रब तो बिना कोई इबादत दे काबल नहीं। मैं गवाही दिंदी हाँ मुहम्मद सल्लल्लाहु अलैहि वसल्लम उस दे बंदे ते रसूल हन। इस गल नूं अरबी विच शहादा कहंदे हन जां कलमा पढ़ना भी कहंदे हन। ਇਹ ਕਲਮਾ ਸਵਰਗ ਵਿੱਚ ਜਾਣ ਦੀ ਚਾਬੀ ਹੈ। ਜਿਹੜਾ ਬੰਦਾ ਦਿਲ ਤੋਂ ਇਸ ਕਲਮੇ ਦਾ ਇਕਰਾਰ ਕਰੇਗਾ, ਉਹ ਬੰਦਾ ਸਿੱਧੇ ਰਸਤੇ ਦੇ ਪਹਿਲੇ ਸਟੈਪ ਤੇ ਆ ਗਿਆ। ਅਗਲਾ ਕਦਮ ਕੀ ਹੈ? ਰੱਬ ਤੇ ਈਮਾਨ ਲਿਆਉਣਾ ਤੇ ਉਸ ਦੇ ਫਰਿਸ਼ਤਿਆਂ ਤੇ ਉਸ ਦੀਆਂ ਕਿਤਾਬਾਂ ਤੇ ਅਤੇ ਸਾਰੇ ਪ੍ਰੋਫਿਟਸ ਪੀਸ ਬੀ ਅਪਨ them ਆਲ ਅਤੇ ਆਖਰੀ ਦਿਨ ਤੇ ਜਿਸ ਨੂੰ ਡੇ ਆਫ ਜੱਜਮੈਂਟ ਕਹਿੰਦੇ ਹਨ ਜਾਂ ਹਿਸਾਬ ਕਿਤਾਬ ਦਾ ਦਿਨ ਕਹਿੰਦੇ ਹਨ, ਜਿਸ ਦਿਨ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਹਰ ਸੈਕਿੰਡ ਦਾ ਹਿਸਾਬ ਰੱਬ ਲਏਗਾ। ਫਿਰ ਪ੍ਰੀ ਡਿਸਟਨੀ ਤੇ ਅਗਲੀ ਲਾਈਫ ਪੈਰਾਡਾਈਜ਼ ਜਾਂ ਹੈਲ, ਜਿਸ ਨੂੰ ਪੰਜਾਬੀ ਵਿੱਚ ਸਵਰਗ ਨਰਕ ਕਹਿੰਦੇ ਹਨ। ਜਿਹੜਾ ਬੰਦਾ ਇਹਨਾਂ ਚੀਜ਼ਾਂ ਤੇ ਬਲੀਵ ਕਰੇਗਾ ਉਸ ਨੂੰ ਬਲੀਵਰ ਕਹਿੰਦੇ ਹਨ, ਰੱਬ ਨੂੰ ਮੰਨਣ ਵਾਲਾ ਕਹਿੰਦੇ ਹਨ। ਅਗਰ ਇਹਨਾਂ ਵਿੱਚੋਂ ਇੱਕ ਚੀਜ਼ ਵੀ ਮਿਸਿੰਗ ਹੈ, ਉਹ ਬਲੀਵਰ ਦੀ ਕੈਟਾਗਰੀ ਵਿੱਚ ਨਹੀਂ ਆਂਦਾ। ਮੈਂ ਰੱਬ ਦਾ ਸ਼ੁਕਰ ਅਦਾ ਕਰਦੀ ਹਾਂ ਕਿ ਉਸ ਨੇ ਮੈਨੂੰ ਸਿੱਧੇ ਰਸਤੇ ਤੇ ਆਉਣ ਦੀ ਹਦਾਇਤ ਦਿੱਤੀ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਰੱਬ ਉਸ ਨੂੰ ਹੀ ਹਦਾਇਤ ਦਿੰਦਾ ਹੈ ਜਿਹੜਾ ਉਸ ਕੋਲੋਂ ਸੱਚੇ ਦਿਲ ਨਾਲ ਹਦਾਇਤ ਮੰਗਦਾ ਹੈ। ਮੈਂ ਇੱਥੇ ਇਹ ਵੀ ਦੱਸ ਕੇ ਤੁਹਾਡੇ ਲਈ ਆਸਾਨ ਕਰਨਾ ਚਾਹੁੰਦੀ ਹਾਂ ਕਿ ਹਦਾਇਤ ਜਾਂ ਸਿੱਧੇ ਰਸਤੇ ਤੇ ਆਉਣ ਲਈ ਕੀ ਕਰਨਾ ਚਾਹੀਦਾ ਹੈ। ਨੰਬਰ 1, ਆਪਣੇ ਦਿਲ ਨੂੰ ਸਾਫ਼ ਕਰੋ ਆਪਣੇ ਰੱਬ ਲਈ। ਨੰਬਰ 2, ਉਸ ਅੱਗੇ ਝੁਕ ਕੇ ਸਜਦੇ ਵਿੱਚ ਜਾ ਕੇ ਉਸ ਕੋਲੋਂ ਸਿੱਧੇ ਰਸਤੇ ਦੀ ਹਦਾਇਤ ਮੰਗੋ। ਨੰਬਰ 3, ਆਪਣੇ ਦਿਲ ਨੂੰ ਓਪਨ ਕਰਕੇ ਗੌਰ ਕਰੋ ਕਿ ਰੱਬ ਨੇ ਸਾਨੂੰ ਕਿਉਂ ਪੈਦਾ ਕੀਤਾ ਅਤੇ ਉਹ ਸਾਡੇ ਕੋਲੋਂ ਕੀ ਚਾਹੁੰਦਾ ਹੈ। ਕੀ ਅਸੀਂ ਉਸ ਦੀ ਚਾਹਤ ਦੇ ਹਿਸਾਬ ਨਾਲ ਚੱਲ ਰਹੇ ਹਾਂ? ਕਿ ਜਿਹੜਾ ਰਸਤਾ ਰੱਬ ਨੇ ਸਾਨੂੰ ਦੱਸਿਆ ਹੈ, ਅਸੀਂ ਉਸ ਉੱਪਰ ਹਾਂ ਵੀ ਕਿ ਨਹੀਂ? ਅਗਰ ਅਸੀਂ ਕਲੇਮ ਕਰਦੇ ਹਾਂ ਕਿ ਸਿੱਧੇ ਰਸਤੇ ਤੇ ਹਾਂ, ਉਸ ਦਾ ਪ੍ਰੂਫ ਕੀ ਹੈ? ਆਪਣੇ ਦਿਲ ਨੂੰ ਓਪਨ ਕਰਕੇ ਆਥੈਂਟਿਕ ਸਕਾਲਰਾਂ ਕੋਲੋਂ ਕੁਐਸਚਨ ਕਰੋ। ਜਦੋਂ ਆਥੈਂਟਿਕ ਜਵਾਬ ਮਿਲ ਜਾਵੇ ਤਾਂ ਉਸ ਨੂੰ ਐਕਸੈਪਟ ਕਰੋ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ। ਖੁਦ ਵੀ ਸਟੱਡੀ ਕਰੋ ਬੇਸ ਔਨ ਰੀਅਲ ਟੀਚਿੰਗ। ਇਨਸ਼ਾਅੱਲਾ ਰੱਬ ਤੁਹਾਨੂੰ ਹਦਾਇਤ ਦੇਵੇਗਾ, ਕਿਉਂਕਿ ਉਸਨੇ ਹੋਲੀ ਕੁਰਾਨ ਵਿੱਚ ਵਾਅਦਾ ਕੀਤਾ ਹੈ ਕਿ ਜਿਹੜਾ ਮੇਰੇ ਕੋਲੋਂ ਹਦਾਇਤ ਮੰਗੇਗਾ ਮੈਂ ਉਸ ਨੂੰ ਸਿੱਧਾ ਰਸਤਾ ਦਿਖਾਵਾਂਗਾ। ਪ੍ਰੋਫਟ ਮੁਹੰਮਦ ਸੱਲੱਲਾਹੂ ਅਲੈਹਿ ਵਸੱਲਮ ਨੇ ਵੀ ਦੱਸਿਆ ਹੈ ਕਿ ਜਦੋਂ ਤੁਸੀਂ ਰੱਬ ਵੱਲ ਇੱਕ ਕਦਮ ਵਧਾਓਗੇ, ਰੱਬ ਤੁਹਾਡੇ ਵੱਲ 10 ਕਦਮ ਵਧਾਏਗਾ। ਅਗਰ ਤੁਸੀਂ ਰੱਬ ਵੱਲ ਚੱਲਣਾ ਸ਼ੁਰੂ ਕਰੋਗੇ, ਉਹ ਤੁਹਾਡੇ ਵੱਲ ਦੌੜ ਕੇ ਆਏਗਾ। ਸੁਬਹਾਨ ਅੱਲਾ, ਗਲੋਰੀ ਵੀ ਟੂ ਅੱਲਾ। ਰੱਬ ਇੰਨਾ ਗ੍ਰੇਟ ਹੈ, ਉਹ ਸਾਡੀ ਵਾਰਮ ਵੈਲਕਮ ਨਾਲ ਉਡੀਕ ਕਰ ਰਿਹਾ ਹੈ। ਹਾਏ ਅਫਸੋਸ, ਅਸੀਂ ਕਿੱਥੇ ਭੁੱਲੇ ਫਿਰਦੇ ਹਾਂ ਉਸ ਅਜ਼ੀਮ ਹਸਤੀ ਨੂੰ ਛੱਡ ਕੇ, ਉਸ ਖਾਲਿਕ ਮਾਲਿਕ ਗਫੂਰ ਰਹੀਮ ਕਰੀਮ ਰਹਿਮਾਨ ਰਹੀਮ ਨੂੰ ਛੱਡ ਕੇ ਉਸ ਦੀ ਬਣਾਈ ਮਖਲੂਕ ਅੱਗੇ ਝੁਕਦੇ ਫਿਰਦੇ ਹਾਂ। ਬੰਦਾ ਆਪਣਾ ਗ੍ਰੇਡ ਇੰਨਾ ਲੋ ਕਰ ਲੈਂਦਾ ਹੈ ਕਿ ਮਾਲਿਕ ਨੂੰ ਛੱਡ ਕੇ ਉਸ ਦੀਆਂ ਬਣਾਈਆਂ ਮਾਮੂਲੀ ਚੀਜ਼ਾਂ ਅੱਗੇ ਝੁਕਦਾ ਫਿਰਦਾ ਹੈ। ਹਾਏ ਅਫਸੋਸ, ਇਨਸਾਨ ਦਾ ਮੁਕਾਮ ਰੱਬ ਨੇ ਬਹੁਤ ਵੱਡਾ ਬਣਾਇਆ ਹੈ। ਉਹ ਖੁਦ ਹੀ ਆਪਣਾ ਮੁਕਾਮ ਗਿਰਾਉਂਦਾ ਫਿਰਦਾ ਹੈ। ਇਸ ਤੇ ਗੌਰ ਕਰਨ ਦੀ ਲੋੜ ਹੈ। ਪਲੀਜ਼ ਸੋਚੋ, ਪਲੀਜ਼ ਥਿੰਕ ਅਬਾਊਟ ਯੂਅਰ ਕ੍ਰੀਏਟਰ ਐਂਡ ਸਾਇੰਸ ਅਰਾਊਂਡ ਯੂ।
from your Creator. There is signs in everything He created. ਅੱਲਾਹ ਸੁਬਹਾਨਹੁ ਤਾਲਾ ਸੂਰਾ ਅਲ ਇਮਰਾਨ ਆਇਆ 190 ਵਿੱਚ ਦੱਸ ਰਹੇ ਹਨ, ਇਨ ਫੀ ਖਲਕਿ ਸਮਾਵਾਤੀ ਵਲ ਅਰਦੀ ਵਖਤਿਲਾਫਿ ਲੈਲੀ ਵੰਨਹਾਰੀ ਲਆਯਾਤਿਨ ਲਿਉਲਿਲ ਅਲਬਾਬ। Indeed, ਧਰਤੀ ਤੇ ਅਸਮਾਨਾਂ ਦੇ ਸਿਰਜਣ ਵਿੱਚ ਅਤੇ ਰਾਤ ਦਿਨ ਦੇ ਵਾਰੋ ਵਾਰੀ ਆਉਣ ਵਿੱਚ ਸਮਝਦਾਰ ਲੋਕਾਂ ਲਈ ਬਹੁਤ ਨਿਸ਼ਾਨੀਆਂ ਹਨ, ਜੋ ਕੋਈ ਗੌਰ ਕਰਦਾ ਹੈ। ਫਿਰ ਅੱਲਾਹ ਸੁਬਹਾਨਹੁ ਤਾਲਾ ਨੇ ਸੂਰਾ ਅਲ ਇਮਰਾਨ ਆਇਆ 192 ਵਿੱਚ ਦੱਸਿਆ ਹੈ, ਅੱਲਾਜ਼ੀਨਾ ਯਜ਼ਕੁਰੂਨ ਅੱਲਾਹ ਕਿਆਮਨ ਵ ਕੂਊਦਨ ਵ ਅਲਾ ਜੁਨੂਬਿਹਿਮ وَيَتَفَكَّرُونَ فِي خَلْقِ السَّمَاوَاتِ وَالْأَرْضِ رَبَّنَا مَا خَلَقْتَ هَذَا بَاطِلًا سُبْحَانَكَ فَقِنَا عَذَابَ النَّارِ। ਜਿਹੜੇ ਉੱਠਦੇ ਵਹਿੰਦੇ ਅਤੇ ਲੇਟਦੇ ਹਰ ਹਾਲ ਵਿੱਚ ਰੱਬ ਦਾ ਸਿਮਰਨ ਕਰਦੇ ਹਨ ਅਤੇ ਡੀਪਲੀ ਜ਼ਮੀਨ ਤੇ ਅਸਮਾਨਾਂ ਦੀ ਬਣਤਰ ਵਿੱਚ ਸੋਚ ਵਿਚਾਰ ਕਰਦੇ ਹਨ। ਉਹ ਬੇਇਖਤਿਆਰ ਆਖਣ ਲੱਗ ਜਾਂਦੇ ਹਨ, ਆਵਰ ਲਾਰਡ, ਸਾਡੇ ਰੱਬ, ਇਹ ਸਭ ਕੁਝ ਤੂੰ ਐਵੇਂ ਹੀ ਬੇਅਰਥ ਹੀ ਨਹੀਂ ਬਣਾਇਆ। ਤੂੰ ਪਾ ਕੇ ਇਸ ਗੱਲੋਂ ਕਿ ਬੇਅਰਥ ਕੰਮ ਕਰੇ। ਸੋ ਰੱਬਾ, ਸਾਨੂੰ ਨਰਕ ਦੇ ਅਜ਼ਾਬ ਤੋਂ ਬਚਾ ਲੈ। ਅਗੇਨ ਮੈਂ ਰੱਬ ਦਾ ਬਹੁਤ ਧੰਨਵਾਦ ਕਰਦੀ ਹਾਂ। ਆਈ ਐਮ ਵੈਰੀ ਥੈਂਕਫੁਲ ਟੂ ਅੱਲਾਹ ਸੁਬਹਾਨਹੁ ਤਾਲਾ। ਹੀ ਪੇਵਡ ਦਾ ਵੇ ਫਾਰ ਮੀ through his guidance and through his guided people, ਜਿਨ੍ਹਾਂ ਵਿੱਚੋਂ one of my great friend ਗੁਲਨਾਜ਼ ਕੁਰੈਸ਼ੀ ਵੀ ਹੈ, ਅਤੇ ਜਿਨ੍ਹਾਂ ਨੇ ਮੈਨੂੰ ਇਸ ਰਸਤੇ ਤੇ ਆਉਣ ਦੀ ਹੈਲਪ ਕੀਤੀ, especially ਮੇਰੇ co-worker who showed me the light and the noor of Islam. He acted as my door to enter his amazing and peaceful religion. Alhamdulillah, with the help of Allah subhanahu wa ta'ala. This man showed me the darkness I was once in and brought light into my life and guided me every step of the way. I am proud to say he is my husband, alhamdulillah. I am also very thankful to Allah subhanahu wa ta'ala. He grant me very beautiful, wise and intelligent daughter. Alhamdulillah, she is almost scholar. She is helping me increase my love and connection with Allah subhanahu wa ta'ala more and more every day. ਮੈਂ ਮੇਰੇ ਰੱਬ ਦਾ ਸ਼ੁਕਰ ਅਦਾ ਕਰਦੀ ਹਾਂ ਕਿ ਰੱਬ ਨੇ ਮੇਰੇ ਥਰੂ ਕੁਝ ਹੋਰ ਲੋਕਾਂ ਨੂੰ ਵੀ ਇਸਲਾਮ ਵੱਲ ਆਉਣ ਦਾ ਮੌਕਾ ਦਿੱਤਾ। ਮੈਂ ਬੜੇ ਮਾਣ ਨਾਲ ਇਹ ਗੱਲ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਰੱਬ ਨੇ ਸਪੈਸ਼ਲ ਕਰਮ ਕਰਦਿਆਂ ਹੋਇਆਂ ਕੁਝ ਸਾਲ ਪਹਿਲਾਂ ਮੇਰੀ ਮਾਂ ਨੂੰ ਵੀ ਇਸਲਾਮ ਦੀ ਦੌਲਤ ਤੋਂ ਨਿਵਾਜ਼ਿਆ। ਕੁਝ ਮਹੀਨੇ ਪਹਿਲਾਂ ਉਹ ਇਸ ਫਾਨੀ ਦੁਨੀਆ ਤੋਂ ਇਸਲਾਮ ਨਾਲ ਰੁਖਸਤ ਹੋਈ। ਰੱਬ ਉਸ ਨੂੰ ਪੈਰਾਡਾਈਜ਼ ਵਿੱਚ ਹਾਈਐਸਟ ਸਟੇਟਸ ग्रांट करे, आमीन। तो नाज़रीन गिरामी, ये थी आज की इंटरेस्टिंग वीडियो और इंटरेस्टिंग रिवर्ट स्टोरी, जो कि एक खातून है जो सिख थी और वो मुस्लिम हुई। लेकिन सीधी सी बात यह है कि उनके दिल में उठने वाला एक सवाल, देखें, इंसान जब दिमाग इस्तेमाल करता है तो जहानत मिलती है। कोई भी तालीम हो, किसी किस्म की एजुकेशन हो, आपका दिमाग उससे खुलता है। तो सवाल ये उठता था इनके दिल में कि मैं जब मांगती एक अल्लाह से हूँ, तो मैं क्यों गुरु ग्रंथ साहिब के सामने खड़ी होकर मांगती हूँ। ये उनके अल्फाज हैं। अच्छा, इसको तो हम आगे बात करते हैं। पंजाबी ज़ुबान बोलने वाले ही ईसाई और सिख क्यों? देखें, 25 करोड़ सिख हैं इंडिया के अंदर, पाकिस्तान के अंदर, पूरी दुनिया में, और पंजाबी ज़ुबान बोलने वाले ईसाई भी बहुत ज़्यादा हैं और जो है वो मुस्लिम भी बहुत ज़्यादा हैं। हिंदू में पंजाबी शायद कोई हो ज़ुबान बोलने वाला। तो इसकी लॉजिक मैं कई अरसे से इसको सोच रहा हूँ
کہ پنجابیوں کو ہوا کیا، وہ عیسائی بنے، وہ سکھ بنے، وہی مسلم بنے، سکھ بعد میں آئے، اچھا قادیانی بھی پنجابی بنے ہیں، قادیانی بھی پنجابی بنے ہیں۔ اب سب سے پہلے اسلام آیا بر صغیر میں تو پنجابی مسلم ہوئے، اور انگریز آیا تو پنجابی سکھ ہوئے، گرو نانک آیا تو پنجابی سکھ ہوئے، انگریز آیا تو پنجابی عیسائی ہوئے۔ تو یہ بڑے سوچنے کی بات ہے، یا ان کا ایریا اتنا وسیع ہے کہ انگریز ادھر آیا اور گرو نانک بھی اسی علاقے میں تھا شاید۔ بہرحال کہنے کا مقصد یہ ہے کہ یہ پنجابی ہندو تھے یا نہیں، یہ سوچنے کی باتیں، کچھ اس کو سٹڈی کرنا چاہیے۔ 84 لاکھ جون، یہ جو 84 لاکھ خداؤں کی عبادت نعوذ باللہ سکھزم میں، یہ بھی اپنے آپ میں ایک سوال تھا، کیا سکھزم اور ہندوازم ایک ہیں؟ اب یہاں پر ہسٹری آتی ہے۔ بابا بلے شاہ، بابا فرید گنج شکر، بابا گرو نانک، یہ تین یاد رکھیے گا، یہ تینوں کے تینوں ساتھی ہیں اور انہوں نے اکٹھے پڑھائے۔ بروایت مفتی ظفر علی خان صاحب رحمۃ اللہ علیہ، وہ فرماتے ہیں کہ یہ سارے کے سارے ایک ہی استاد کے شاگرد ہیں، اور صوفیزم یہیں سے نکلا ہے۔ تو بابا کہتے تھے، آج بھی بابا کہتے ہیں، سادھو جو ہندوؤں کے گرو ہیں اور پنڈت ہیں ان کو بابا ہی کہتے ہیں، لیکن بابا اس وقت اس کو کہا جاتا تھا جو اسٹوڈنٹ ہوتا تھا، اس کو بابا ہی کہا جاتا تھا۔ اور وہ بابا تو گرو نانک جو ہے وہ بہت پورا عالم تھا، روایت مفتی ظفر علی خان صاحب میں نے کہیں نہیں پڑھا، بہت بڑے جید عالم تھے، ان کی روایت معتبر ہے، پورا عالم تھا، اللہ والا تھا، ہندو کا بیٹا تھا گرو نانک۔ اس کے ذہن میں یہ سوار ہوا، اچھا اس کو فکر تھی کہ اتنے ہندو جہنم میں جا رہے ہیں، آج بھی ڈیلی انڈیا میں 10,000 لوگ تو ڈیلی ہی ہارٹ اٹیک سے مرتے ہیں، اور کتنے مرتے ہوں گے، اور وہ غیر مسلم ہیں، تو کہاں جا رہے ہیں؟ سیدھے جہنم میں۔ اللہ تعالیٰ تو سچا ہے، قرآن میں فرما دیا ہے، وہ تو جھوٹ کبھی بولتا نہیں ہے۔ تو کہنے کا مقصد یہ ہے کہ گرو نانک کے دل میں یہ فکر تھی کہ یہ ہندو کیسے جہنم کی آگ سے بچ جائیں، لیکن اس کے اوپر پتہ نہیں کس طرح کے کسی شیطان نے سواری کی کہ اس نے ایک نیا مذہب ایجاد کیا، اور اس میں سورہ بقرہ گرنتھ کے اندر سورہ بقرہ اور کچھ قرآن پاک کی اور سورتوں کا ترجمہ بھی کیا۔ یہ تو ہسٹری کے اندر موجود ہے کہ 14 پاروں کا ترجمہ ہندی میں کیا اس نے، گرو نانک نے، اس کے بعد نہیں کر سکا۔ اس کے علاوہ پھر گرو نانک نے یہ سوچا کہ میں ایسا مذہب بناتا ہوں جس میں پورا اسلام ہوگا، محمد صلی اللہ علیہ وسلم کا کہیں پہ ذکر نہیں، ہندو مذہب یا بتوں کی پوجا پاک کا بھی کہیں پہ ذکر نہیں ہے، ٹھیک ہے، سکھ مذہب میں بت پرستی حرام ہے، لیکن حضرت محمد صلی اللہ علیہ وسلم کا بھی تو کہیں ذکر نہیں ہے، یہ بھی تو ایک پرابلم ہے۔ لا الہ الا اللہ ہے، محمد رسول اللہ نہیں ہے۔ پھر 5 چیزیں جو لازم ہے، پگڑی ہے، بال نہیں کاٹنے ہیں، خنجر ہے، دھاگا ہے، پتہ نہیں کیا کیا ہے۔ یہ اسلام اور ہندوازم کو مکس کرنا تھا تاکہ ہندو سکھ بنے، پھر ان کو توڑ کے مسلمان بنایا جائے، یہ اس کی نیت تھی۔ آیا کہ وہ مرا، مسلم مرا کہ نہیں مرا، اس بارے میں اللہ بہتر جانتا ہے۔ تو یہ ساری بات ہے، کچھ چیزیں اسلام سے لی گئی تھیں، یہ یاد رکھیے گا، اور باقی ساری ہندو مذہب سے، ہندو کو قریب کرنا مقصود ہے۔ افسوس ہم کہاں بھولے پھرتے ہیں۔ یہ ہے قالت الاعراب آمنا، قالت الاعراف آمنا، قالت الاعراف جو ہے وہ ان افیضوا علینا من الماء، تو وہ جہنمی کہیں گے کہ ہمارے اوپر تھوڑا پانی تو پھینکو، کریں گے نہیں، یہ تو واپس جاؤ، یہ تو دنیا میں جا کے نور ملتا ہے، پھر یہ ملتا ہے بجان، ایسے نہیں ملتا ہے۔ ہم تمہیں نہیں کہتے تھے کہ اگر رسولوں کو جھٹلاؤ گے تو تم جہنم میں چلے جاؤ گے؟ تو اس خاتون کی کہانی نے مجھے بڑا متاثر کیا، یہ پنجابی زبان میں ہے۔ مسئلہ یہ ہے کہ تمہارا دل دماغ یہ دونوں ڈرائیور ہیں، اور اس میں اٹھنے والے سوالات اور اس میں یاد بسائی جانے والی ذات وہ اللہ، جب تک نہیں ہوگی تمہیں ہدایت نہیں مل سکتی۔ تمہاری کوشش ہوگی تو نہیں، انی لأملأن جہنم من الجنۃ والناس اجمعین،
میں ضرور بے ضرور جہنم کو جنات اور انسانوں سے بھر دوں گا. اب جس نے بچنا ہے وہ کوشش کرے. اب جس نے بچنا ہے وہ اسلام اور اس کے فرائض پہ آئے, گناہوں سے بچے, ورنہ جہنم بھرے گا اللہ, اس کا فیصلہ ہے. اللہ کے لیے یہ ساری چیزیں کوئی معنی نہیں رکھتی. اللہ کے لیے وہ معنی رکھتا ہے ان لیس للانسان الا ما سعی. تمہاری کوشش, تمہاری جستجو کہاں ہے؟ دنیا میں ہے, انجینئرنگ میں ہے, پیسہ کمانے میں ہے, خوبصورتی اختیار کرنے میں ہے, ٹھاٹ باٹ میں ہے, یا ان ساری صورتوں میں ایک اللہ کی طرف سب سے زیادہ ہے. ایسے لوگ بہت زیادہ ہیں اس دنیا میں الحمدللہ, وہ بھی موجود ہیں. بڑے بڑے ڈاکٹرز ہیں, اللہ والے ہیں. بڑے بڑے انجینئرز ہیں, اللہ والے ہیں. بڑے بڑے ٹیچرز ہیں, اللہ والے بھی ہیں. تو یہ تو ساری باتیں موجود ہیں. تو کہنے کا مقصد یہ ہے کہ گرو نانک کی کہانی پہ مجھے بڑا ترس آتا ہے, سمجھ نہیں آتی, بالکل نہیں سمجھ آتی. اللہ تعالیٰ ہم سب کو ہدایت دیں, ایمان پہ خاتمہ فرمائے, آمین ثم آمین. کیسی لگی ویڈیو؟ ملتے ہیں نیکسٹ ویڈیو میں. السلام علیکم.